पावन पवित्र कल्याणकारी सतगुरां दा इतिहास गुरु जस सरवण कर लाह प्राप्त करना करिए जी। सो पिछले दीवाना अंदर आप सिख संगतां सरवण कीता कि गुर प्रताप सूरज ग्रंथ दी पहली रुत प्रारंभ हो रही सी। 12 रासां दी समाप्ति उपरंत कवि राज कवि संतोख सिंह जी पहली रुत आरंभ करते हुए दसों ही पातशाहियां दे पावन मंगल उचारण कर रहे सन। तरतीब वार आप सिख संगतां ने दसों पातशाहियां दे पावन मंगलों की कथा विचार पिछले दीवाना अंदर सरवण की है। अगों जिवें इस पहली रुत दे शेष मंगलों की विचार बाकी है, वो एकाग्रता संयुगत पावन पवित्र गुरु जस गुरु महिमा नूं सरवण कर लाह प्राप्त करना करिए जी। सतनाम श्री वाहिगुरु साहिब जीओ। एक जोत दस रूप गुर। दसां ही पातशाहियां दे वख वख मंगल करन उपरंत दसां पातशाहियां दा इकट्ठा मंगल करदे कवि जी कथन करदे है। एक जोत 10 रूप गुर। सतगुरु साहिबां दे 10 वख वख रूप सन, पर स्वरूप एक ही सी। रूप वख वख सन पर स्वरूप अथवा जोत एक ही सी। स्वरूप जो मूल हुंदा है ते रूप जो उसदा बदलिया होया रूप कहलवाउंदा है। जैसे घड़ा मिट्टी दा रूप है ते घड़े दा स्वरूप मिट्टी है। स्वरूप मूल नूं कहंदे है ते रूप जो उसदा बदलिया होया होवे। सो रूप वख वख बदलते गए है। गुरु नानक देव जी दा रूप होर है। इसे ही प्रकार दसों ही पातशाहियां दा रूप भाव 14 शरीर वाला ये वख वख है, पर स्वरूप एक है, जोत एक है। जोत ओहा जुगत साए सहकाया फिर पलटिए। एक रूप किन्हू पहचाना जिन जाना तिन ही सिद्ध पाई बिन समझे सिद्ध हाथ न आई। सो इको ही स्वरूप है 10 पातशाहियां दा। रूप जिहड़ा शरीर रूपी चोला है वो बदलदा गया। ज्यों अदपत एक पोशिश तज कै बैठ है सबा द्वितीय तन सज कै।
ਰਾਜਾ ਪੁਰਾਣੀ ਪੁਸ਼ਾਕ ਲਾ ਕੇ ਨਵੀਂ ਪੁਸ਼ਾਕ ਪਹਿਨ ਕੇ ਤੇ ਰਾਜ ਸਿੰਘਾਸਨ ਤੇ ਬੈਠਦਾ ਹੈ। ਇਸੇ ਪ੍ਰਕਾਰ ਸਰੀਰਾਂ ਰੂਪੀ ਚੋਲੇ ਬਦਲਦੇ ਗਏ ਹੈ। ਰਾਜ ਸਿੰਘਾਸਨ ਗੁਰਤਾ ਦਾ ਤਖਤ ਵੀ ਉਹੀ ਰਿਹਾ ਤੇ ਬੈਠਣ ਵਾਲੀ ਉਹ ਜੋਤ ਰੂਪੀ ਰਾਜਾ ਉਹ ਵੀ ਉਹੀ ਰਿਹਾ। ਸੋ ਕਵੀ ਜੀ ਕਥਨ ਕਰਦੇ ਆ, ਏਕ ਜੋਤ 10 ਰੂਪ ਗੁਰ। 10 ਗੁਰੂ ਸਾਹਿਬਾਂ ਦੇ ਰੂਪ ਹੈ, ਜੋਤ ਇੱਕ ਹੀ ਹੈ। ਜਿਨ ਤੇ ਤਰਿਓ ਜਹਾਨ, ਜਿਨ੍ਹਾਂ 10 ਹੀ ਪਾਤਸ਼ਾਹੀਆਂ ਦੁਆਰਾ ਜਿਸ ਅਕਾਲ ਪੁਰਖ ਵਾਹਿਗੁਰੂ ਦੀ ਇਸ ਜੋਤ ਦੁਆਰਾ ਇਹ ਸਾਰਾ ਜਹਾਨ ਸਾਰਾ ਸੰਸਾਰ ਤਿਨਾਂ ਦੇ ਚਰਨੀ ਲੱਗ ਕੇ ਭਵ ਸਾਗਰ ਤੋਂ ਤਰ ਗਿਆ। ਸਭ ਕੇ ਪਦ ਅਰਬਿੰਦ ਕੋ, ਐਸੇ ਸਾਰੇ ਭਾਵ 10 ਹੀ ਪਾਤਸ਼ਾਹੀਆਂ ਦੇ ਜੋ ਪਾਵਨ ਅਰਬਿੰਦ ਜਿਹੜੇ ਚਰਨ ਕਵਲ ਹੈ, ਸਦਾ ਬੰਦਨਾ ਠਾਨ, ਉਹਨਾਂ ਦੇ ਚਰਨਾਂ ਤੇ ਮੈਂ ਸਦਾ ਹਮੇਸ਼ਾ ਹੀ ਬੰਦਨਾ ਕਹੀਏ ਨਮਸਕਾਰਾਂ ਕਰਦਾ, ਹਮੇਸ਼ਾ ਹੀ ਸ਼ਤ ਸ਼ਤ ਨਮਨ ਕਰਦਾ ਹਾਂ। ਸੂਰਜ ਗੁਰੂ ਪ੍ਰਤਾਪ ਤੇ, ਕਵੀ ਜੀ ਕਥਨ ਕਰਦੇ ਹੈ ਕਿ ਗੁਰਾਂ ਦਾ ਜਿਹੜਾ ਪ੍ਰਤਾਪ ਹੈ, ਤੇਜ ਹੈ, ਉਹ ਸੂਰਜ ਦੀ ਨਿਆਈ ਹੈ। ਬਰਨੀ ਦੁਆਦਸ਼ ਰਾਸ, ਉਹਨਾਂ ਦੇ ਗੁਰਾਂ ਦੇ ਪ੍ਰਤਾਪ ਰੂਪੀ ਸੂਰਜ ਦੀਆਂ ਇਸ ਗ੍ਰੰਥ ਅੰਦਰ 12 ਰਾਸਾਂ ਵਰਣਨ ਕੀਤੀਆਂ। ਜਿਵੇਂ ਸੂਰਜ ਪ੍ਰਕਾਸ਼ਦਾ, ਇਵੇਂ ਇਸ ਗ੍ਰੰਥ ਵਿੱਚ ਗੁਰਾਂ ਦਾ ਪ੍ਰਤਾਪ ਹੈ, ਗੁਰਾਂ ਦਾ ਤੇਜ ਪ੍ਰਕਾਸ਼ਮਾਨ ਹੋ ਰਿਹਾ ਸੂਰਿਆਵਤ। ਤੇ ਇਹ ਗ੍ਰੰਥ ਜੋ ਸੂਰਜ ਪ੍ਰਕਾਸ਼ ਨਾਮ ਦਾ ਰਚਿਆ ਹੈ, ਇਹਦੀਆਂ 12 ਜਿਵੇਂ ਸੂਰਜ ਦੀਆਂ 12 ਰਾਸਾਂ ਹੁੰਦੀਆਂ, ਤਥਾ ਹੀ ਇਸ ਗ੍ਰੰਥ ਦੀਆਂ 12 ਰਾਸਾਂ ਜਿਹੜੀਆਂ ਉਹ ਵਰਣਨ ਕੀਤੀਆਂ। ਅਸ਼ਟ ਸਾਚ ਪਾਤਸ਼ਾਹ ਕੇ, ਤੇ 12 ਰਾਸਾਂ ਵਿੱਚ 8 ਸੱਚੇ ਪਾਤਸ਼ਾਹਾਂ ਦੇ, ਬਰਨੇ 12 ਗੁਣ ਰਾਸ, ਸ੍ਰੇਸ਼ਟ ਅਤੇ ਸਮੂਹ ਜਿਹੜੇ ਗੁਣ ਹੈ ਉਹ ਵਰਣਨ ਕੀਤੇ ਹੈ। ਧੰਨ ਗੁਰੂ ਸ੍ਰੀ ਗੁਰੂ ਅੰਗਦ ਦੇਵ ਮਹਾਰਾਜ ਸਾਹਿਬ ਜੀ ਤੋਂ ਲੈ ਕੇ ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਤੱਕ ਇਹ 8 ਸੱਚੇ ਪਾਤਸ਼ਾਹਾਂ ਦਾ ਸ੍ਰੇਸ਼ਟਲਾ ਤੇ ਉਜਵਲ ਜਿਹੜਾ ਇਤਿਹਾਸ ਹੈ, ਸਤਿਗੁਰਾਂ ਦੇ ਸ੍ਰੇਸ਼ਟਲੇ ਗੁਣ ਹਨ, ਗੁਰਾਂ ਦੇ ਉਜਵਲ ਜਿਹੜੇ ਕੌਤਕ ਹਨ, ਉਹਨਾਂ ਨੂੰ ਵਰਣਨ ਕੀਤਾ ਹੈ। ਦਸ਼ਨਾਇਨ ਉਤਰਾਇਣੇ, ਇਹ 2 ਐਣ ਇਹਨਾਂ ਦੇ ਨਾਮ ਹੈ, ਦਸ਼ਨਾਇਣ ਤੇ ਉਤਰਾਇਣ। ਐਨ ਬਣੇਗੇ ਦੋਏ, ਇਹ 2 ਐਣ ਬਣਨਗੇ। ਅੱਗੇ ਕਵੀ ਜੀ ਦੱਸਦੇ ਕਿ ਰੁੱਤਾਂ ਤੋਂ ਮਗਰੋਂ 2 ਜਿਹੜੇ ਹੈ ਉਹ ਐਣ ਬਣਾਵਾਂਗੇ, ਕਿਉਂਕਿ 2 ਐਣਾਂ ਵਿੱਚ ਹੀ ਸੂਰਜ ਚੱਲਦਾ ਹੈ। ਕਰੀਬ ਜਿਹੜਾ ਸੂਰਜ ਹੈ ਉਹ 9 ਪੋਹ ਤੋਂ 9 ਹਾੜ ਤੱਕ ਸੂਰਜ ਜਿਹੜਾ ਹੈ ਉਤਰਾਇਣ ਦੇ ਵਿੱਚ ਚੱਲਦਾ ਹੈ। ਤੇ ਇਸੇ ਹੀ ਪ੍ਰਕਾਰ ਫਿਰ ਜਿਹੜਾ ਉਹ ਬਾਕੀ ਜਿਹੜੇ ਦਿਨ ਹੈ ਉਦੋਂ ਦਖਣੈਣ ਦੇ ਵਿੱਚ ਚੱਲਦਾ। 9 ਪੋਹ ਤੋਂ ਲੈ ਕੇ ਤੇ 9 ਹਾੜ ਤੱਕ ਸੂਰਜ ਦਾ ਰਥ ਜਿਹੜਾ ਹੈ ਉਤਰਾਇਣ ਦੇ ਵਿੱਚ ਚੱਲਦਾ। ਬਾਕੀ ਦੇ ਦਿਨ ਜਿਹੜੇ ਸ਼ੇਸ਼ ਹੈ ਉਦੋਂ ਦਖਣੈਣ ਦੇ ਵਿੱਚ ਚੱਲਦਾ। ਸੋ ਇਸੇ ਤਰ੍ਹਾਂ 2 ਐਣ
ਇਸ ਗ੍ਰੰਥ ਦੇ ਜਿਹੜੇ ਹੈ ਉਹ ਬਣਾਵਾਂਗੇ ਦੋ ਹਿੱਸੇ, ਜਿਵੇਂ 12 ਹਿੱਸੇ ਰਾਸਾਂ ਦੇ ਬਣਾਏ ਹੈ, ਇਸੇ ਪ੍ਰਕਾਰ ਰੁੱਤਾਂ ਤੋਂ ਮਗਰੋਂ ਦੋ ਹਿੱਸੇ ਐਣ ਜਿਹੜੇ ਹੈ ਉਹ ਬਣਾਵਾਂਗੇ। ਵਰਤਤ ਰੁਤ ਜੇ ਖਸ਼ਟ ਸ਼ੋਭ। ਫਿਰ ਜਿਹੜੀਆਂ ਖਸ਼ਟ 6 ਰੁੱਤਾਂ ਹਨਗੀਆਂ, ਸੂਰੇ ਦੀਆਂ 6 ਰੁੱਤਾਂ ਨਾ, 6 ਰੁੱਤਾਂ ਵਿੱਚ ਸਾਲ ਪੂਰਾ ਹੁੰਦਾ, 2-2 ਮਹੀਨੇ ਦੀਆਂ ਰੁੱਤਾਂ ਹੁੰਦੀਆਂ ਹਨਗੀਆਂ। ਸੋ ਉਹ ਹੁਣ ਰੁੱਤਾਂ ਦਾ ਵਰਣਨ ਕਰਾਂਗੇ। 6 ਰੁੱਤਾਂ ਵਿੱਚ ਗੁਰ ਇਤਿਹਾਸ ਜਿਹੜਾ ਉਹ ਵਰਣਨ ਕਰਕੇ ਤੈਨ ਪਰ ਵਰਣਨ ਹੋਏ। ਤਿੰਨ ਪਰ ਤਿੰਨਾਂ ਦੇ ਮਗਰੋਂ 6 ਰੁੱਤਾਂ ਦੇ ਮਗਰੋਂ ਫਿਰ 2 ਐਣ ਜਿਹੜੇ ਹੈ ਉਹ ਵਰਣਨ ਹੋਣਗੇ। ਪ੍ਰਥਮ ਕਰੀ ਕਵਿਤਾ ਰੁਚਰ। ਗੁਰੂ ਦੀ ਕਿਰਪਾ ਦੇ ਨਾਲ ਕਵੀ ਜੀ ਕਹਿ ਰਹੇ ਹੈ ਕਿ ਪਹਿਲੋਂ ਵੀ ਬੜੀ ਸੁੰਦਰ ਕਵਿਤਾ ਜਿਹੜੀ ਹੈ ਉਹ ਰਚੀ ਹੈ। ਸ਼੍ਰੀ ਨਾਨਕ ਪ੍ਰਕਾਸ਼। ਜਿਹੜਾ ਇੱਕ ਵੱਖਰਾ ਗ੍ਰੰਥ ਰਚਿਆ ਹੈ ਸ੍ਰੀ ਨਾਨਕ ਪ੍ਰਕਾਸ਼। ਪੂਰ ਬਾਰਦ ਉਤਰਾਰਦ ਏਮ। ਉਹਦੇ 2 ਹਿੱਸੇ ਬਣਾਏ ਹੈ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ। ਪਹਿਲਾ ਹਿੱਸਾ ਜਿਹੜਾ ਪੂਰਬਾਰਧ ਹੈ ਤੇ ਦੂਜਾ ਹਿੱਸਾ ਜਿਹੜਾ ਹੈ ਉਹ ਉਤਰਾਰਧ ਦੇ ਰੂਪ ਦੇ ਵਿੱਚ ਵਰਣਨ ਕੀਤਾ ਹੈ। ਏਮ ਬਰਨੇ ਗੁਣ ਰਾਸ। ਤੇ 2 ਹਿੱਸਿਆਂ ਵਿੱਚ ਗੁਣਾਂ ਦੇ ਰਾਸ, ਗੁਣਾਂ ਦੀ ਪੂੰਜੀ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਦਾ ਜਿਹੜਾ ਇਤਿਹਾਸ ਹੈ ਉਹ ਵਰਣਨ ਕੀਤਾ ਹੈ। ਸੋ ਨਾਨਕ ਪ੍ਰਕਾਸ਼ ਦੇ ਜਿਹੜੇ 2 ਹਿੱਸੇ ਪੂਰਬਾਰਧ ਉਤਰਾਰਧ, ਉਹਨਾਂ ਵਿੱਚ ਗੁਰੂ ਨਾਨਕ ਦੇਵ ਜੀ ਦਾ ਇਤਿਹਾਸ ਜਿਹੜਾ ਉਹ ਵਰਣਨ ਕੀਤਾ। 12 ਰਾਸਾਂ ਵਿੱਚ 8 ਪਾਤਸ਼ਾਹੀਆਂ ਦਾ ਇਤਿਹਾਸ ਵਰਣਨ ਕੀਤਾ ਹੈ। ਅਤੇ ਜਿਹੜੀਆਂ ਹੁਣ ਇਹ ਅੱਗੋਂ 6 ਰੁੱਤਾਂ ਤੇ 2 ਐਣ ਉਹਨਾਂ ਬਾਬਤ ਦੱਸਦੇ ਹੈ। ਅਬ ਕਲਗੀ ਧਰ ਕੀ ਕਥਾ। ਹੁਣ 10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ, ਨੀਲੇ ਦੇ ਸ਼ਾਹ ਸਵਾਰ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੀ ਜਿਹੜੀ ਕਥਾ ਹੈ, ਅਸ਼ਟ ਰੁਤਨ ਪਰ ਹੋਏ। ਉਹ 6 ਰੁੱਤਾਂ ਤੇ 2 ਐਨਾਂ ਦੇ ਵਿੱਚ ਕਵੀ ਜੀ ਕਹਿੰਦੇ ਆਓ ਵਰਣਨ ਕਰਾਂਗੇ। 6 ਰੁੱਤਾਂ ਤੇ 2 ਐਨਾਂ ਦੇ ਵਿੱਚ ਕਲਗੀਧਰ ਪਾਤਸ਼ਾਹ ਜੀ ਦਾ ਇਤਿਹਾਸ ਲਿਖਾਂਗੇ। ਗੁਰ ਪ੍ਰਤਾਪ ਸੂਰਜ ਭਇਓ। ਇਸ ਤਰ੍ਹਾਂ ਇਹ ਗ੍ਰੰਥ ਗੁਰ ਪ੍ਰਤਾਪ ਸੂਰਜ ਗ੍ਰੰਥ ਹੋਇਆ। ਗੁਰੂ ਦੇ ਪ੍ਰਤਾਪ ਵਾਲਾ, ਗੁਰਾਂ ਦੇ ਤੇਜ ਵਾਲਾ ਜਿਹੜਾ ਇਹ ਸੂਰਜ ਗ੍ਰੰਥ ਹੋਇਆ। ਯਾਂ ਤੇ ਸਭ ਗਤ ਜੋਏ। ਇਸ ਵਾਸਤੇ ਇਸ ਗ੍ਰੰਥ ਦੀ ਜਿਹੜੀ ਗਤ ਹੈ, ਚਾਲ ਹੈ, ਉਹ ਸੂਰਜ ਦੀ ਨਿਆਈ ਹੀ ਵੇਖਣਾ ਕਰੋ। ਜਿਵੇਂ ਸੂਰਜ ਚੱਲਦਾ ਹੈ, ਪ੍ਰਤੀ ਮਹੀਨੇ ਆਪਣੀ ਰਾਸ ਬਦਲਦਾ ਹੈ। ਆਪਣੇ ਇੱਕ ਰੱਥ ਨੂੰ ਛੱਡ ਕੇ ਦੂਸਰੇ ਰੱਥ ਵਿੱਚ ਪ੍ਰਵੇਸ਼ ਹੁੰਦਾ ਹੈ, ਉਹ ਰਾਸ ਦਾ ਬਦਲਣਾ ਹੈ। ਫਿਰ 6 ਰੁੱਤਾਂ ਸੂਰਜ ਦੇ ਵਿੱਚ ਦੁਆਰਾ ਬਦਲਦੀਆਂ ਹਨਗੀਆਂ। 6 ਰੁੱਤਾਂ ਦਾ ਮੌਸਮ ਹੈ ਤੇ 6 ਰੁੱਤਾਂ ਹਨਗੀਆਂ ਇਸ ਗ੍ਰੰਥ ਦੀਆਂ। 2 ਐਣਾਂ ਵਿੱਚ ਸੂਰਜ ਚੱਲਦਾ ਹੈ ਤੇ 2 ਹੀ ਇਸ ਦੇ ਐਣ ਹਨਗੇ। ਫਿਰ ਸੂਰਜ ਦੁਆਰਾ ਜਿਵੇਂ ਦਿਨ ਸੂਰਜ ਦੇ ਉਦਯੋਗ ਨਾਲ ਹੋ ਜਾਂਦਾ, ਅਸਤੋਰ ਨਾਲ ਰਾਤ ਪੈ ਜਾਂਦੀ ਹੈ। ਇਉਂ ਜਿਹੜੇ ਪੂਰਬਾਰਧ ਨਾਨਕ ਪ੍ਰਕਾਸ਼ ਦੇ 2 ਹਿੱਸੇ ਆ, ਉਤਰਾਰਧ ਤੇ ਪੂਰਬਾਰਧ, ਉਹ ਦਿਨ ਰਾਤ ਦੀ ਨਿਆਈ ਮੰਨ ਲੈਣੇ। ਇਸ ਤਰ੍ਹਾਂ ਇਹ ਗ੍ਰੰਥ ਦੀ ਜਿਹੜੀ ਗਤ ਚਾਲ ਹੈ ਉਹ ਸੂਰਜ ਦੀ ਨਿਆਈ ਚੱਲਦੀ ਹੈ। ਇਸ ਤਰ੍ਹਾਂ ਜੋਏ ਵੇਖਣਾ। ਕਥੋਂ ਕਥਾ ਕੋ ਜਥਾ ਮਤ। ਜਥਾ ਮਤ
ਜਿਸ ਤਰ੍ਹਾਂ ਸਤਿਗੁਰੂ ਜੀ ਕਿਰਪਾ ਕਰਦੇ ਹੋਏ ਸ੍ਰੇਸ਼ਟ ਮਤ ਬਖਸ਼ ਰਹੇ ਹਨ, ਦਾਸ ਨੂੰ ਕਵੀ ਜੀ ਕਹਿ ਰਹੇ ਹੈ, ਉਸੇ ਤਰ੍ਹਾਂ ਗੁਰਾਂ ਦਾ ਇਤਿਹਾਸ ਜਿਹੜਾ ਹੈ ਉਹ ਮੈਂ ਕਥਨ ਕਰਾਂਗਾ। ਅਥਾ ਸੁਨਹੁ ਸਿੱਖ ਸੰਤ। ਹੇ ਗੁਰਸਿੱਖੋ, ਹੇ ਸੰਤ ਜਨੋ, ਹੇ ਗੁਰਮੁਖੋ, ਸਤਸੰਗੀ ਜਨੋ, ਤਥਾ ਹੀ ਗੁਰਾਂ ਦਾ ਇਤਿਹਾਸ ਸੁਣੋ। ਜਿਵੇਂ ਗੁਰੂ ਕਿਰਪਾ ਕਰ ਰਹੇ ਹੈ, ਸ੍ਰੇਸ਼ਟ ਮਤ ਦੇ ਕੇ ਆਪਣਾ ਇਤਿਹਾਸ ਆਪ ਕਿਰਪਾ ਕਰਕੇ ਲਿਖਵਾ ਰਹੇ ਹੈ, ਤੇ ਉਸੇ ਤਰ੍ਹਾਂ ਗੁਰ ਇਤਿਹਾਸ ਸੁਣੋ। ਹੋਏ ਪ੍ਰਸੰਨ ਵਰ ਦੀਜੀਐ। ਤੇ ਹੇ ਸਰੋਤੇ ਗੁਰਸਿੱਖ ਜਨੋ, ਪ੍ਰਸੰਨ ਹੋ ਕੇ ਮੈਂ ਦਾਸ ਨੂੰ ਵਰਦਾਨ ਦਿਓ। ਇਹ ਗੁਰਾਂ ਦਾ ਇਤਿਹਾਸ ਸੁਣ ਕੇ ਪ੍ਰਸੰਨ ਹੋ ਕੇ ਦਾਸ ਤੇ ਮਿਹਰ ਕਰੋ ਤੇ ਇਹ ਵਰ ਬਖਸ਼ੋ। ਮਿਲੈ ਹੈ ਗੁਰੂ ਭਗਵੰਤ। ਕਿ ਖਟ ਭਗਾਂ ਸੰਪੰਨ ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ, ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ, ਮੈਂ ਦਾਸ ਨੂੰ ਮਿਲ ਪੈਲ ਭਗਵੰਤ ਸਰੂਪ ਸਤਿਗੁਰਾਂ ਨਾਲ ਮਿਲਾਪ ਹੋ ਜਾਵੇ, ਅਥਵਾ ਉਹ ਖਟ ਭਗਾਂ ਸੰਪੰਨ ਪਰਮੇਸ਼ਰ ਵਿੱਚ ਮਿਲ ਪਈਏ, ਐਸੀ ਜਿਹੜੀ ਹੈ ਉਹ ਕਿਰਪਾ ਕਰੋ, ਐਸਾ ਵਰਦਾਨ ਬਖਸ਼ੋ। ਜਿਨ ਕੀ ਕਿਰਪਾ ਕਟਾਸ਼ ਤੇ। ਜਿਨ੍ਹਾਂ ਸਤਿਗੁਰਾਂ ਦੀ ਕਿਰਪਾ ਕਟਾਸ਼, ਕਿਰਪਾ ਕਟਾਸ਼ ਮਿਹਰ ਦੀ ਨਿਗਾਹ ਦੇ ਨਾਲ ਹੀ ਹਲਤ ਪਲਤ ਸੁਖ ਪਾਏ। ਲੋਕ ਵਿੱਚ ਵੀ ਸੁਖ ਹੁੰਦਾ ਹੈ ਤੇ ਪ੍ਰਲੋਕ ਵਿੱਚ ਵੀ ਸੁਖ ਤਥਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਜਿਨ੍ਹਾਂ ਸਤਿਗੁਰਾਂ ਦੀ, ਗੁਰੂ ਨਾਨਕ ਦੇਵ ਜੀ ਦਸੋਂ ਹੀ ਪਾਤਸ਼ਾਹੀਆਂ ਦੀ ਕਿਰਪਾ ਕਟਾਸ਼ ਪਾ ਕੇ, ਮਿਹਰ ਦੀ ਦ੍ਰਿਸ਼ਟੀ ਪਾ ਕੇ ਦੋਨੋਂ ਲੋਕ ਜਿਹੜੇ ਹੈ ਉਹ ਸੁਖੀ ਹੋ ਜਾਂਦੇ ਹੈ, ਸੁਹੇਲੇ ਹੋ ਜਾਂਦੇ ਹੈ। ਸੋ ਕਿਉ ਮਨਹੁ ਵਿਸਾਰੀਐ। ਉਹ ਮਨ ਦੇ ਵਿੱਚੋਂ ਕਿਉਂ ਵਿਸਾਰੀਏ, ਭਾਵ ਨਹੀਂ ਵਿਸਾਰਨੇ ਚਾਹੀਦੇ, ਅਥਵਾ ਸੋ ਕਿਉ ਮਨੋ ਵਿਸਾਰੀਐ। ਹੇ ਮਨਾ, ਤੂੰ ਕਿਉਂ ਉਸ ਸੱਚੇ ਸਤਿਗੁਰਾਂ ਨੂੰ ਮਨ ਦੇ ਵਿੱਚੋਂ ਵਿਸਾਰਿਆ ਹੈ, ਭੁਲਾਇਆ ਹੈ। ਰਾਖਹ ਹਿਰਦੈ ਬਸਾਏ। ਆਪਣੇ ਹਿਰਦੇ ਅੰਦਰ ਵਸਾ ਕੇ ਰੱਖ ਐਸੇ ਸਤਿਗੁਰੂ ਗੁਰੂ ਨਾਨਕ ਦੇਵ ਜੀ, ਸਤਿਗੁਰੂ ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਨੂੰ। ਸਤਿਗੁਰ ਸਿੱਖਨ ਕੇ ਉਚਿਤ। ਸਤਿਗੁਰਾਂ ਦੇ, ਗੁਰਸਿੱਖਾਂ ਦੇ ਉਚਿਤ ਨਾਮ ਜੋਗ ਹੈ। ਸਤਿਗੁਰ ਕਥਾ ਬਚਿੱਤਰ। ਇਹ ਜਿਹੜੀ ਸਤਿਗੁਰਾਂ ਦੀ ਕਥਾ ਹੈ, ਬਚਿੱਤਰ ਨਾਮ ਅਸਚਰਜਤਾ ਨਾਲ ਭਰੀ ਹੋਈ, ਜਿਸ ਵਿੱਚ ਅਸਚਰਜਤਾ ਭਰੇ ਸਤਿਗੁਰਾਂ ਦੇ ਕੌਤਕ ਹਨ। ਇਹ ਸਤਿਗੁਰਾਂ ਦੀ ਜਿਹੜੀ ਕਥਾ ਹੈ ਉਹ ਗੁਰਸਿੱਖਾਂ ਦੇ ਸਰਵਣ ਕਰਨ ਦੇ ਉਚਿਤ ਹੈ, ਗੁਰਸਿੱਖਾਂ ਦੇ ਸਰਵਣ ਕਰਨ ਦੇ ਯੋਗ ਹੈ। ਸੁਨੀਐ ਹੈ ਮਿੱਤਰ ਇਕੱਤਰ ਚੇਤ। ਹੇ ਮਿੱਤਰ ਪਿਆਰੇ ਗੁਰਸਿੱਖ ਜਨੋ, ਚਿੱਤ ਨੂੰ ਇਕੱਤਰ ਨਾਮ ਇਕਾਗਰ ਕਰਕੇ ਗੁਰਾਂ ਦਾ ਇਤਿਹਾਸ ਸਰਵਣ ਕਰੋ। ਸੁਨਹੁ ਸਮਸਤ ਪਵਿੱਤਰ। ਜੋ ਸਮਸਤ ਸਾਰਿਆਂ ਨੂੰ ਪਵਿੱਤਰ ਕਰ ਦੇਣ ਵਾਲਾ, ਅਥਵਾ ਸਮਸਤ ਸਾਰੇ ਇੰਦਰੀਆਂ ਨੂੰ ਤਥਾ ਸਾਰੇ ਸਰੀਰ ਨੂੰ ਤਥਾ ਸਭ ਤਰ੍ਹਾਂ ਕਰਕੇ ਮਨ ਨੂੰ ਪਵਿੱਤਰ ਕਰ ਦੇਣ ਵਾਲਾ ਗੁਰਾਂ ਦਾ ਇਤਿਹਾਸ ਹੈ। ਇਹ ਇਕਾਗਰ ਚਿੱਤ ਕਰਕੇ ਸੁਣੋ। ਸਵਈਆ ਰਸ ਬੀਰ ਭਰੇ ਜਨ ਧੀਰ ਕਰੇ। ਧੰਨ ਕਲਗੀਧਰ ਪਾਤਸ਼ਾਹ ਜੀ ਦਾ ਜਿਹੜਾ ਇਤਿਹਾਸ ਹੈ ਉਹ ਕਵੀ ਜੀ ਵਰਣਨ ਕਰ ਰਹੇ ਹੈ, ਤੇ ਕਵੀ ਜੀ ਸਤਿਗੁਰਾਂ ਦੇ ਇਤਿਹਾਸ ਦੀ ਮਹਿਮਾ ਕਰਦੇ ਹੈ ਤੇ ਫਰਮਾਉਂਦੇ ਹੈ,
ਰਸ ਬੀਰ ਭਰੇ। ਧੰਨ ਕਲਗੀਧਰ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸਾਹਿਬ ਜੀ ਦੇ ਜਿਹੜੇ ਕੌਤਕ ਹੈ ਉਹ ਬੀਰ ਰਸ ਦੇ ਨਾਲ ਭਰੇ ਹੋਏ ਕੌਤਕ ਹੈ ਕਲਗੀਧਰ ਪਾਤਸ਼ਾਹ ਜੀ ਦੇ। ਅਤੇ ਜਨ ਧੀਰ ਕਰੇ, ਆਪਣੇ ਜਨਾਂ ਨੂੰ, ਆਪਣੇ ਪਿਆਰਿਆਂ ਨੂੰ, ਆਪਣੇ ਸੇਵਕਾਂ ਨੂੰ ਧੀਰਜ ਆਦ ਗੁਣ ਜਿਹੜੇ ਹੈ ਉਹ ਬਖਸ਼ਣ ਵਾਲੇ ਹੈ। ਬਹੁ ਪੀਰ ਹਰੇ ਭਵ ਬੰਧਨ ਕੇ। ਅਤੇ ਬਹੁ ਪੀਰ ਹਰੇ, ਪੀਰ ਨਾਮ ਪੀੜਾ, ਜਿਹੜੀਆਂ ਪੀੜਾਵਾਂ ਹਨਗੀਆਂ, ਦੁੱਖ ਹਨਗੇ, ਤਕਲੀਫਾਂ ਹਨਗੀਆਂ, ਅਤੇ ਜਿਹੜੇ ਫੰਦਨ ਨਾਮ ਫਾਈਆਂ ਹਨਗੀਆਂ, ਭਾਵ ਜੰਮਣ ਅਤੇ ਮਰਨ ਦੀਆਂ। ਇਹਨਾਂ ਫਾਹੀਆਂ ਨੂੰ, ਇਹਨਾਂ ਜੰਮਣ ਮਰਨ ਦੀਆਂ ਪੀੜਾਂ ਨੂੰ ਸਤਿਗੁਰੂ ਧੰਨ ਕਲਗੀਧਰ ਪਾਤਸ਼ਾਹ ਜੀ ਹਰਨ ਵਾਲੇ, ਇਹਨਾਂ ਪੀੜਾਂ ਨੂੰ ਨਾਸ ਕਰਨ ਵਾਲੇ ਹੈ। ਸੁਖ ਮੂਲ ਭਲੇ ਰਿਪ ਸੂਲ ਮਿਲੇ। ਸੁਖ ਮੂਲ ਭਲੇ, ਭਲੀ ਪ੍ਰਕਾਰ ਵਿਚਾਰਨਾ ਕਰੋ ਕਿ ਸਤਿਗੁਰੂ ਜੀ ਸੁੱਖਾਂ ਦੇ ਮੂਲ ਹੈ। ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਤਥਾ ਸਤਿਗੁਰਾਂ ਦਾ ਇਤਿਹਾਸ ਸੁੱਖਾਂ ਦਾ ਮੁੱਢ ਹੈ। ਅਨਕੂਲ ਰਿਪ ਸੂਲ ਮਿਲੇ, ਤੇ ਰਿਪ ਨਾਮ ਵੈਰੀਆਂ ਨੂੰ, ਸੂਲ ਨਾਮ ਦੁੱਖ ਹੋ ਕੇ ਮਿਲਦੇ ਆ ਕਲਗੀਧਰ ਪਾਤਸ਼ਾਹ ਜੀ। ਵੈਰੀਆਂ ਨੂੰ ਦੁੱਖ ਸਰੂਪ ਹੋ ਕੇ ਰਣ ਭੂਮੀ ਵਿੱਚ ਮਿਲਦੇ ਐ। ਅਨਕੂਲ ਟਲੇ ਅਗ ਕੰਦਨ ਕੇ। ਅਤੇ ਆਪਣੇ ਪਿਆਰਿਆਂ, ਆਪਣੇ ਸੇਵਕਾਂ ਦੇ ਉੱਪਰ ਕਿਰਪਾ ਦ੍ਰਿਸ਼ਟੀ ਦੁਆਰਾ ਢਲਣ ਵਾਲੇ, ਆਪਣੇ ਪਿਆਰਿਆਂ ਤੇ ਮਿਹਰ ਕਰਨ ਵਾਲੇ, ਦਇਆ ਕਰਨ ਵਾਲੇ। ਅਤੇ ਅਗ ਕੰਦਨ ਕੀ, ਅਗ ਨਾਮ ਪਾਪਾਂ ਨੂੰ, ਕੰਦਨ ਕਹੀਏ ਕੱਟਣ ਵਾਲੇ, ਪਾਪਾਂ ਨੂੰ ਮਿਟਣ ਵਾਲੇ ਹੈ ਧੰਨ ਕਲਗੀਧਰ ਪਾਤਸ਼ਾਹ। ਸਿੱਖ ਪਾਠ ਹਿਲੇ ਦੁਖ ਦੋਖ ਦਲੇ। ਜਿਹੜੇ ਸਿੱਖ ਕਹੀਏ ਗੁਰਸਿੱਖ, ਪਾਠ ਕਹੀਏ ਗੁਰਬਾਣੀ ਦੇ ਵਿੱਚ ਹਿਲੇ ਨਾਮ ਪ੍ਰੇਮ ਕਰਨ ਵਾਲੇ, ਜਿਨ੍ਹਾਂ ਗੁਰਸਿੱਖਾਂ ਦਾ ਗੁਰਬਾਣੀ ਦੇ ਪ੍ਰਤੀ ਪ੍ਰੇਮ ਹੈ, ਜਿਹੜੇ ਗੁਰਸਿੱਖ ਗੁਰਬਾਣੀ ਬੜੇ ਹਿੱਤ ਬੜੇ ਪ੍ਰੇਮ ਨਾਲ ਪੜ੍ਹਦੇ ਆ, ਜਿਨ੍ਹਾਂ ਦਾ ਮਨ ਪ੍ਰੇਮ ਦੇ ਵਿੱਚ ਭਿੱਜ ਕੇ ਗੁਰਬਾਣੀ ਦਾ ਜਾਪ ਕਰਦਾ, ਦੁੱਖ ਦੋਖ ਦਲੇ, ਉਹਨਾਂ ਦੇ ਸਾਰੇ ਦੁੱਖ ਜੰਮਣ ਮਰਨ ਦੇ ਤੇ ਦੋਖ ਕਹੀਏ ਜਿਹੜੇ ਦੋਸ਼ ਅਪਰਾਧ ਹੈ, ਪਾਪ ਹੈ, ਉਹ ਦਲੇ ਨਾਮ ਕੱਟੇ ਜਾਂਦੇ, ਨਾਸ ਹੋ ਜਾਂਦੇ ਹੈ। ਘਰ ਕਾਜ ਚੱਲੇ ਸੋ ਆਨੰਦਨ ਕੇ। ਅਤੇ ਆਨੰਦਦਾਇਕ ਜਿਹੜੇ ਕਾਰਜ ਹੈ ਉਹਨਾਂ ਨੂੰ ਕਰੇ ਨਾਮ ਕਰਨ ਵਾਲੇ ਹੈ। ਕਰ ਕਾਜ ਚੱਲੇ, ਧੰਨ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਜੋ ਆਨੰਦਦਾਇਕ ਕਾਰਜ ਸੰਸਾਰ ਤੇ ਕਰਕੇ ਚੱਲੇ ਹੈ, ਜਿਨ੍ਹਾਂ ਦੇ ਕੌਤਕ ਆਨੰਦ ਨੂੰ ਦੇਣ ਵਾਲੇ ਹੈ। ਆਤ ਮਿੱਤਰ ਪਵਿੱਤਰ ਬਚਿੱਤਰ ਚਰਿੱਤਰ। ਅਤਿਸ਼ੇ ਕਰਕੇ ਜੋ ਮਿੱਤਰ ਨਾਮ ਪਿਆਰੇ ਹੈ, ਮਿੱਤਰਵਤ ਲੋਕ ਪ੍ਰਲੋਕ ਦੇ ਵਿੱਚ ਸਹਾਇਕ ਹੈ ਧੰਨ ਕਲਗੀਧਰ ਪਾਤਸ਼ਾਹ ਜੀ। ਫਿਰ ਜਿਨ੍ਹਾਂ ਦੇ ਜਿਹੜੇ ਚਰਿੱਤਰ ਹੈ, ਜਿਹੜੇ ਕੌਤਕ ਹੈ, ਉਹ ਬੜੇ ਹੀ ਪਵਿੱਤਰ ਹੈ ਤੇ ਬੜੇ ਹੀ ਵਿਚਿੱਤਰ ਹੈ। ਹੈਰਾਨ ਕਰ ਦੇਣ ਵਾਲੇ ਕਲਗੀਧਰ ਪਾਤਸ਼ਾਹ ਜੀ ਦੇ ਜੀਵਨ ਕੌਤਕ ਹਨਗੇ। ਕੈਸੇ ਕੈਸੇ ਕੌਤਕ ਹੈ ਸਤਿਗੁਰੂ ਜੀ ਨੇ ਰਚੇ ਹੈ ਕਿ ਪੰਜ ਪਿਆਰੇ ਸਹਿਬਾਨਾਂ ਦੀ ਸਿਰਜਣਾ ਕੀਤੀ, ਖਾਲਸਾ ਪੰਥ ਦੀ ਸਥਾਪਨਾ ਕੀਤੀ, ਸ਼ਰੇਆਮ ਭਰੀ ਸਟੇਜ ਦੇ ਉੱਤੇ ਸਤਿਗੁਰਾਂ ਭਰੇ ਦੀਵਾਨ ਅੰਦਰ ਪੰਜ ਸਿੱਖਾਂ ਦੇ ਸੀਸ ਧੜ ਨਾਲੋਂ ਅਲੱਗ ਕਰ ਦਿੱਤੇ। ਪੁਨਰ ਖੰਡੇ ਬਾਟੇ ਦੀ ਪੌਲ ਛਕਾ ਕੇ ਉਹਨਾਂ ਨੂੰ ਸਰਜੀਵਿਤ ਕਰ ਦਿੱਤਾ। ਕੈਸੇ ਅਸਚਰਜਤਾ ਨਾਲ ਭਰੇ ਸਤਿਗੁਰਾਂ ਦੇ ਕੌਤਕ ਹਨਗੇ। ਕੈਸਾ ਖਾਲਸਾ ਸਿਰਜਿਆ ਕਲਗੀਧਰ ਪਾਤਸ਼ਾਹ ਜੀ ਨੇ, ਜਿਨ੍ਹਾਂ ਨੇ ਕਦੇ ਨੰਗੀ ਕਰਦ ਵੀ ਨਹੀਂ ਸੀ ਫੜੀ,
ਉਹਨਾਂ ਨੂੰ ਦੋ ਧਾਰੇ ਖੰਡੇ, ਵੱਡੀਆਂ ਤੇਗਾਂ ਸੈਫਾਂ, ਵੱਡੀਆਂ ਬੰਦੂਕਾਂ ਰੈਕਲੇ ਹੱਥ 'ਚ ਫੜਾ ਕੇ, ਤੋਪਾਂ ਦੇ ਕੇ ਰਣ ਭੂਮੀ ਵਿੱਚ ਸ਼ਤਰੂਆਂ ਦੇ ਦੰਦ ਖੱਟੇ ਕਰਵਾਏ। ਤੇ ਜਿਨ੍ਹਾਂ ਨੂੰ ਸੰਸਾਰ ਛੂਤ ਛਾਤ ਤੇ ਘ੍ਰਿਣਾ ਦ੍ਰਿਸ਼ਟੀ ਨਾਲ ਤੱਕਦਾ ਸੀ, ਜਾ ਕੀ ਛੋਤ ਜਗਤ ਕੋ ਲਾਗੈ, ਤਾਂ ਪਰ ਤੁਹੀ ਢਰੈ, ਨੀਚੈ ਊਚ ਕਰੈ ਮੇਰਾ ਗੋਬਿੰਦ, ਕਾਹੂ ਤੇ ਨਾ ਡਰੈ। ਜਿਨ੍ਹਾਂ ਨੂੰ ਸੰਸਾਰ ਘ੍ਰਿਣਾ ਦ੍ਰਿਸ਼ਟੀ ਨਾਲ ਤੱਕਦਾ ਸੀ, ਉਹਨਾਂ ਨੂੰ ਹੀ ਖਾਲਸਾ ਪੰਥ ਬਣਾ ਕੇ, ਖੰਡੇ ਬਾਟੇ ਦੀ ਪੌਲ ਛਕਾ ਕੇ, ਪੰਥ ਸਾਜ ਕੇ ਸਾਰੇ ਜਗਤ ਦਾ ਪੂਜਨੀਕ ਬਣਾ ਦਿੱਤਾ। ਉਹੀ ਖਾਲਸਾ ਹੈ ਨਾ, ਕਿ ਖੰਡੇ ਬਾਟੇ ਦੀ ਪੌਲ, ਜਿੱਥੇ ਇੱਕ ਪਾਸੇ ਛਤਰੀय ਭਾਈ ਦਇਆ ਰਾਮ ਜੀ ਹੈ, ਜਿਹੜੇ ਅੰਮ੍ਰਿਤ ਛਕ ਕੇ ਭਾਈ ਦਇਆ ਸਿੰਘ ਜੀ ਬਣੇ। ਇਸੇ ਪ੍ਰਕਾਰ ਇਸ ਅੰਮ੍ਰਿਤ ਛਕਣ ਵਾਲੇ ਸਿੱਖਾਂ ਦੇ ਵਿੱਚ ਨਾਈ ਵੀ ਹੈ, ਸ਼ੀਂਬਾ ਵੀ ਹੈ, ਚੀਵਰ ਵੀ ਹੈ, ਇਸੇ ਪ੍ਰਕਾਰ ਜੱਟ ਵੀ ਹੈ। ਅੰਮ੍ਰਿਤ ਪਾਨ ਕਰਕੇ ਤੇ ਖਾਲਸਾ ਪੰਥ ਸਿਰਜ ਦਿੱਤਾ ਹੈ, ਤੇ ਖਾਲਸਾ ਪੰਥ ਸਿਰਜ ਕੇ ਸਾਰੇ ਜਗਤ ਦਾ ਪੂਜਨੀਕ ਬਣਾ ਦਿੱਤਾ ਹੈ। ਜਿਨ੍ਹਾਂ ਨੂੰ ਛੂਤ ਛਾਤ ਦੀ ਦ੍ਰਿਸ਼ਟੀ ਨਾਲ ਸੰਸਾਰ ਤੱਕਦਾ ਸੀ, ਕੈਸੇ ਅਸਚਰਜਤਾ ਭਰੇ ਕੌਤਕ ਹੈ ਕਲਗੀਧਰ ਪਾਤਸ਼ਾਹ ਜੀ ਦੇ। ਜਿਸ ਜਿਸ ਵੀ ਪੱਖ ਨੂੰ ਲੈ ਕੇ ਕਲਗੀਧਰ ਪਾਤਸ਼ਾਹ ਜੀ ਸਤਿਗੁਰਾਂ ਵੱਲ, ਉਹਨਾਂ ਦੇ ਇਤਿਹਾਸ ਜੀਵਨ ਕੌਤਕਾਂ ਵੱਲ ਦ੍ਰਿਸ਼ਟੀ ਪਾਈਏ, ਤੇ ਸਾਰੇ ਕੌਤਕੀ ਅਸਚਰਜਤਾ ਭਰੇ ਹੈ। ਇਹ ਕਵੀ ਜੀ ਅੱਗੋਂ ਸਾਰਾ ਇਤਿਹਾਸ ਕਲਗੀਧਰ ਪਾਤਸ਼ਾਹ ਜੀ ਦਾ ਹੀ ਸਰਵਣ ਕਰਾਉਣਗੇ, ਜਿਨ੍ਹਾਂ ਵਿੱਚ ਅਸਚਰਜਤਾ ਭਰੇ ਕਲਗੀਧਰ ਪਾਤਸ਼ਾਹ ਜੀ ਦੇ ਕੌਤਕ ਵਰਣਨ ਕਰਨਗੇ। ਸੋ ਕਥਨ ਕਰਦੇ ਹੈ, ਗੁਰਾਂ ਦੇ ਕੌਤਕ ਬੜੇ ਅਸਚਰਜਤਾ ਨਾਲ ਭਰੇ ਤੇ ਬੜੇ ਪਵਿੱਤਰ ਹੈ। ਤੇਗ ਬਹਾਦਰ ਨੰਦਨ ਕੇ, ਧੰਨ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਪਾਤਸ਼ਾਹ ਜੀ ਦੇ ਜੋ ਨੰਦਨ ਪੁੱਤਰ ਹਨ, ਤਿਨਾਂ ਦੇ ਕੌਤਕ ਬੜੇ ਅਸਚਰਜਤਾ ਨਾਲ ਭਰੇ। ਐਸੇ ਧੰਨ ਕਲਗੀਧਰ ਪਾਤਸ਼ਾਹ ਜੀ ਨੂੰ ਨਮਨ ਹੋਵੇ, ਨਮਸਕਾਰ ਹੋਵੇ। ਹਿਤ ਦਾ ਚਿਤ ਕੀ, ਨਿਤ ਦਾ ਬੇਤ ਕੀ। ਕਲਗੀਧਰ ਪਾਤਸ਼ਾਹ ਸਤਿਗੁਰਾਂ ਦੀ ਕਥਾ ਜਿਹੜੀ ਹੈ ਨਾ, ਉਹ ਥਿਤ ਦਾ ਚਿਤ ਕੀ, ਚਿੱਤ ਨੂੰ ਸਥਿਰਤਾ ਦੇਣ ਵਾਲੀ ਹੈ। ਕਲਗੀਧਰ ਪਾਤਸ਼ਾਹ ਜੀ ਦੀ ਜਿਹੜੀ ਕਥਾ ਹੈ, ਜਦ ਕੋਈ ਸਰੋਤਾ ਬਣ ਕੇ ਸਰਵਣ ਕਰਦਾ ਹੈ ਨਾ, ਉਹਦਾ ਚਿੱਤ ਇਕਾਗਰਤ ਕਰ ਦਿੰਦੀ ਹੈ। ਇਤਿਹਾਸ ਹੀ ਐਸਾ ਹੈ, ਜਦ ਸਤਿਗੁਰਾਂ ਦੇ ਕਿਸੇ ਵੀ ਪੱਖ ਨੂੰ ਲੈ ਕੇ ਕੋਈ ਇਤਿਹਾਸ ਦੀ ਕਥਾ, ਸਤਿਗੁਰਾਂ ਦਾ ਇਤਿਹਾਸ ਚੱਲਦਾ ਹੈ, ਤੇ ਸਰੋਤੇ ਦਾ ਮਨ ਸੁਭਾਵਿਕ ਹੀ ਇਕਾਗਰ ਹੋ ਜਾਂਦਾ, ਟਿਕ ਜਾਂਦਾ ਕਿ ਅੱਗੋਂ ਕੀ ਇਤਿਹਾਸ ਹੈ, ਅੱਗੋਂ ਕੀ ਗੁਰਾਂ ਦਾ ਇਤਿਹਾਸ ਹੈ। ਚਾਹੇ ਜੰਗ ਯੁੱਧ ਦੀ ਕਥਾ ਹੋਵੇ, ਤੇ ਭਾਵੇਂ ਫਿਰ ਇਹ ਖਾਲਸਾ ਪੰਥ ਨੂੰ ਸਿਰਜਣ ਵਾਲੀ ਕਥਾ ਹੋਵੇ, ਜਾਂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਨੂੰ ਲਿਖਣ ਵਾਲੀ ਜਿਹੜੀ ਕਥਾ ਹੋਵੇ, ਜਿੱਧਰ ਦੀ ਵੀ ਸਤਿਗੁਰਾਂ ਦੀ ਕਥਾ ਜਿਹੜੀ ਹੈ ਨਾ, ਜਿੱਥੋਂ ਦੀ ਵੀ ਜਿਸ ਵੀ ਪੱਖ ਦੀ ਕਥਾ ਹੈ, ਉਹਨੂੰ ਜਦ ਸੁਣੀਏ ਤੇ ਸੁਣਦਿਆਂ ਹੀ ਸਰੋਤੇ ਦਾ ਮਨ ਟਿਕ ਜਾਂਦਾ, ਚਿੱਤ ਇਕਾਗਰ ਹੋ ਕੇ ਸੁਣਦਾ ਹੈ ਤੇ ਸੁਣਨਾ ਚਾਹੁੰਦਾ ਅੱਗੇ ਕੀ ਹੋਇਆ। ਐਸੀ ਪਵਿੱਤਰ ਕਥਾ ਹੈ। ਹਿਤ ਦਾ ਨਿਤ ਦਾ ਬਿਤ ਕੀ, ਤੇ ਨਿਤਾ ਪ੍ਰਤੀ ਹੀ ਜਿਹੜਾ ਸੁਣਦਾ ਹੈ, ਉਹਨੂੰ ਫਿਰ ਬਿਤ ਧਨ ਵੀ ਦੇਣ ਵਾਲੀ ਹੈ। ਪ੍ਰਤਖਸ਼ ਵੀ ਧਨ ਦੀ ਦਾਤੀ ਹੈ। ਜਿਹੜਾ ਇਕਾਗਰਤਾ ਨਾਲ ਕਥਾ ਸੁਣਦਾ ਹੈ, ਕਥਾ ਸਰਵਣ ਕਰਨ ਦਾ ਫਲ ਹੈ ਕਿ ਧਨ ਵੀ ਪ੍ਰਾਪਤ ਹੁੰਦਾ, ਅਤੇ ਫਿਰ ਇਹ ਅੰਤਰੀਵੀ ਧਨ, ਜਿਹੜਾ ਅੰਦਰਲਾ ਧਨ ਹੈ, ਨਾਮ ਰੂਪੀ ਧਨ, ਉਸ ਨਾਮ ਰੂਪੀ ਧਨ ਨੂੰ ਵੀ ਦੇਣ ਵਾਲੀ ਹੈ। ਕਿਉਂਕਿ ਕਥਾ ਜਿਹੜਾ ਸੁਣਦਾ ਹੈ, ਉਹਦੇ ਅੰਦਰੋਂ ਸੁਭਾਵਿਕ ਹੀ ਧਨ ਕਲਗੀਧਰ ਪਾਤਸ਼ਾਹ,
ਧੰਨ ਵਾਹਿਗੁਰੂ। ਇਹ ਮੰਤਰ ਅੰਦਰ ਜਿਹੜਾ ਨਾ ਸੁਭਾਵਕ ਹੀ ਚੱਲਦਾ ਹੈ। ਸੋ ਨਾਮ ਰੂਪੀ ਧਨ ਨੂੰ ਦੇਣ ਵਾਲੀ ਹੈ। ਹਿਤ ਦਾ ਨਿਤ ਕੀ ਨਿਤ ਕੀ, ਨਿਤਾ ਪ੍ਰਤੀ ਹੀ ਹਿਤ ਦਾ, ਹਿਤ ਨਾਮ ਹਿਤ ਕਰਨ ਵਾਲੀ ਹੈ, ਪ੍ਰੇਮ ਕਰਨ ਵਾਲੀ ਹੈ। ਪ੍ਰੇਮ ਕਰਕੇ ਮਿੱਤਰਵਤ ਰੱਖਿਆ ਕਰਨ ਵਾਲੀ ਹੈ ਗੁਰਾਂ ਦੀ ਕਥਾ। ਸੁਨ ਹੰਤ ਜਰੀ ਜਿਹੜਾ ਹਿਤ ਨਾਲ ਸੁਣਦਾ ਹੈ, ਪ੍ਰੇਮ ਨਾਲ ਸੁਣਦਾ ਹੈ ਗੁਰਾਂ ਦੀ ਕਥਾ, ਉਹਦੇ ਅੰਦਰੋਂ ਜਿਹੜੀ ਹੰਗਤਾ ਹੈ, ਹਉਮੈ ਹੈ, ਇਹ ਨਾਸ ਹੋ ਜਾਂਦਾ। ਜਰੀ ਕੀ ਇਹ ਸੜ ਜਾਂਦਾ, ਉਹਦੇ ਅੰਦਰੋਂ ਹੰਗਤਾ ਮਿਟ ਜਾਂਦੀ ਹੈ। ਸ਼ਰਧਾ ਗੁਰ ਕੀ ਗੁਰੂ ਦੀ ਸ਼ਰਧਾ ਦੇਣ ਵਾਲੀ ਹੈ। ਫਿਰ ਐਸੀ ਕਥਾ ਹੈ ਕਿ ਸੁਣ ਕੇ ਗੁਰੂ ਚਰਨਾਂ ਕਮਲਾਂ ਪ੍ਰਤੀ ਮਨ ਵਿੱਚ ਸ਼ਰਧਾ ਉਤਪੰਨ ਆਉਂਦੀ ਹੈ। ਸੁਧ ਦਾ ਉਰ ਕੀ ਫਿਰ ਹਿਰਦੇ ਨੂੰ ਸ਼ੁੱਧ ਕਰ ਦਿੰਦੀ ਹੈ, ਹਿਰਦੇ ਨੂੰ ਪਵਿੱਤਰ ਕਰ ਦਿੰਦੀ ਹੈ ਗੁਰੂ ਦੀ ਕਥਾ। ਹਰਤਾ ਜੁਰ ਕੀ ਫਿਰ ਜਿਹੜੇ ਜੁਰ ਕਹੀਏ ਤਾਪ ਹੈ, ਤਿੰਨ ਪ੍ਰਕਾਰ ਦੇ ਤਾਪ ਹੈ, ਆਦਿ ਵਿਆਧੀ ਉਪਾਧੀ, ਮਾਨਸਿਕ ਸਰੀਰਕ ਤੇ ਉਤੋਂ ਆ ਕੇ ਪੈਣ ਵਾਲੀ ਵਿਪਤਾ। ਇਹ ਤਿੰਨ ਪ੍ਰਕਾਰ ਦੇ ਜਿਹੜੇ ਤਾਪ ਹੈ, ਇਹਨਾਂ ਨੂੰ ਹਰਤਾ ਹਰਨ ਵਾਲੀ ਹੈ, ਇਹਨਾਂ ਨੂੰ ਨਾਸ ਕਰਨ ਵਾਲੀ ਹੈ। ਸੁਖ ਪੁੰਜ ਜਰੀ ਤੇ ਸਮੂਹ ਸੁੱਖਾਂ ਦੇ ਨਾਲ ਜਰੀ ਕਹੀਏ ਜੜੀ ਹੋਈ ਹੈ, ਸਮੂਹ ਸੁੱਖਾਂ ਦੇ ਨਾਲ ਮੜੀ ਹੋਈ ਹੈ। ਸਭ ਸਾਰ ਮਥਾ ਸਾਰਾ ਜਿਹੜਾ ਸਾਰ ਹੈ, ਨਿਚੋੜ ਹੈ, ਉਹ ਮਥਾ ਨਾਮ ਰਿੜਕਿਆ ਹੈ। ਰਿੜਕ ਕੇ ਜਿਹੜਾ ਸਾਰ ਹੈ, ਨਿਚੋੜ ਹੈ, ਉਹ ਕੱਢਿਆ ਹੈ। ਰਿਤ ਆਰ ਜਥਾ ਜਿਸ ਤਰ੍ਹਾਂ ਕਹਿੰਦੇ ਹੈ ਕਿ ਘਿਓ ਕੱਢ ਲਈਦਾ, ਦੁੱਧ ਨੂੰ ਰੜਕ ਕੇ, ਦਹੀਂ ਨੂੰ ਰਿੜਕ ਕੇ ਜਿਵੇਂ ਮੱਖਣ ਕੱਢ ਲਈਦਾ ਨਾ, ਇਸੇ ਤਰ੍ਹਾਂ ਗੁਰਾਂ ਦਾ ਜਿਹੜਾ ਇਤਿਹਾਸ ਹੈ ਨਾ, ਇਹ ਸਭ ਸਾਰ ਮਥਾ ਵਿਚਾਰ ਰੂਪੀ ਮਧਾਣੀ ਪਾ ਕੇ ਤੇ ਸਾਰ ਜਿਹੜਾ ਨਿਚੋੜ ਹੈ, ਉਹ ਘਿਓ ਵਾਂਗੂ ਕੱਢਿਆ ਹੈ। ਇਹ ਚਾਰ ਕਥਾ ਇਹ ਜਿਹੜੀ ਗੁਰਾਂ ਦੀ ਕਥਾ ਬੜੀ ਚਾਰ ਹੈ। ਚਾਰ ਨਾਮ ਸੁੰਦਰ ਹੈ। ਅਜਰਾਨ ਜਰੀ ਤੇ ਅਜਰਾ, ਅਜਰਾ ਨਾਮ ਇਹ ਗੁਰਾਂ ਦੀ ਕਥਾ ਅਜਰਾ ਹੈ, ਖਿੜੀ ਹੈ। ਅਜਰਾ ਨਾਮ ਹਮੇਸ਼ਾ ਖਿੜੀ ਰਹਿਣ ਵਾਲੀ, ਹਮੇਸ਼ਾ ਪ੍ਰਸੰਨ ਰਹਿਣ ਵਾਲੀ, ਹਮੇਸ਼ਾ ਆਨੰਦਦਾਇਕ ਨਾ ਜਰੀ। ਇਹ ਜਰੀ ਨਾਮ ਬੁੱਢੀ ਭਾਵ ਕੁਮਲਾਉਣ ਵਾਲੀ ਨਹੀਂ ਹੈ, ਬਜ਼ੁਰਗ ਹੋਣ ਵਾਲੀ ਨਹੀਂ ਹੈ, ਕੁਮਲਾਉਣ ਜਾਂ ਮਰਝਾਉਣ ਵਾਲੀ ਨਹੀਂ ਹੈ, ਤੇ ਨਾ ਹੀ ਸਰੋਤੇ ਦੇ ਮਨ ਨੂੰ ਕੁਮਲਾਉਂਦੀ ਹੈ ਤੇ ਮਰਝਾਉਂਦੀ ਹੈ। ਸੁਣਨ ਵਾਲੇ ਦਾ ਮਨ ਵੀ ਜਿਹੜਾ ਹੈ ਨਾ, ਉਹ ਖਿੜਿਆ ਰਹਿੰਦਾ ਹੈ। ਐਸੀ ਅਜਰਾਨ ਜਰੀ, ਅਜਰਾਨ ਨਾਮ ਜਿਹੜੀ ਖਿੜੀ ਰਹਿਣ ਵਾਲੀ, ਭਾਵ ਨਾ ਜਰੀ, ਬੁੱਢੀ, ਕੁਮਲਾਉਣ ਵਾਲੀ ਨਹੀਂ, ਬੁੱਢੀ ਹੋਣ ਵਾਲੀ ਨਹੀਂ ਹੈ, ਕੁਮਲਾਉਣ ਵਾਲੀ ਨਹੀਂ ਹੈ, ਹਮੇਸ਼ਾ ਹੀ ਖਿੜੀ ਤੇ ਆਨੰਦਦਾਇਕ ਹੈ। ਗੁਣ ਬ੍ਰਿੰਦ ਗੋਬਿੰਦ ਮਰਗਿੰਦ ਮੁਕੰਦ, ਜੋ ਸ੍ਰੀ ਗੁਰੂ ਗੋਬਿੰਦ, ਮਰਗਿੰਦ ਨਾਮ ਸਿੰਘ ਦਾ ਹੈ। ਮਰਗਿੰਦ ਹਿਰਨਾਂ ਦਾ, ਇੰਦ ਰਾਜਾ ਕਹੀਏ ਸ਼ੇਰ, ਤੇ ਸ਼ੇਰ ਤੋਂ ਨਾਮ ਸਿੰਘ ਲੈਣਾ। ਧੰਨ ਸ੍ਰੀ ਗੁਰੂ ਗੋਬਿੰਦ ਮਰਗਿੰਦ ਕਹੀਏ ਸਿੰਘ, ਜੋ ਮੁਕੰਦ ਮੁਕਤੀ ਨੂੰ ਦੇਣ ਵਾਲੇ ਹੈ, ਤੇ ਜਿਨ੍ਹਾਂ ਦੇ ਗੁਣ ਬ੍ਰਿੰਦ ਸਮੂਹ ਜਿਹੜੇ ਗੁਣ ਹਨ, ਆਨੰਦ ਬਿਲੰਦ ਜਰਾਓ ਜਰੀ। ਐਸੇ ਸਮੂਹ ਗੁਣਾਂ ਨੂੰ ਵਰਣਨ ਕਰਨ ਵਾਲੀ ਸਤਿਗੁਰਾਂ ਦੀ ਇਹ ਕਥਾ ਹੈ। ਆਨੰਦ ਬਿਲੰਦ ਜਰਾਉਨ ਜਰੀ, ਸਮੂਹ ਆਨੰਦ ਰੂਪੀ ਜੜਾਵਾਂ ਦੇ ਨਾਲ ਜੜੀ ਹੋਈ ਹੈ। ਜਿਵੇਂ ਗਹਿਣੇ ਵਿੱਚ ਨਗ ਜੜੇ ਹੋਏ ਹੁੰਦੇ ਆ, ਜਿਵੇਂ ਸੋਨੇ ਦੇ ਹੀਰੇ, ਸੋਨੇ ਦੇ ਵਿੱਚ ਹੀਰੇ, ਲਾਲ ਪੰਨੇ ਆਦਿ ਜੜੇ ਹੁੰਦੇ ਨੇ ਗਹਿਣਿਆਂ ਵਿੱਚ,
ਇਸੇ ਤਰ੍ਹਾਂ ਗੁਰਾਂ ਦੀ ਕਥਾ ਜਿਹੜੀ ਹੈ ਨਾ ਆਨੰਦਦਾਇਕ ਜੜਾਵਾਂ ਦੇ ਨਾਲ ਹੀਰਿਆਂ ਨਾਲ ਜੜੀ ਹੋਈ ਹੈ। ਕਿਉ ਪਈ ਸੁਮਤਵੰਤ ਪ੍ਰੇਮੀ ਸਤ ਸੰਗਤ। ਕਵੀ ਜੀ ਜਿਹੜੀ ਹੈ ਉਹ ਸਾਰੀ ਸੰਗਤ ਦੇ ਅੱਗੋਂ ਬਿਨੈ ਕਰਦੇ ਆ ਤੇ ਭੁੱਲ ਚੁੱਕ ਦੀ ਮਾਫੀ ਮੰਗਦੇ। ਕਹਿੰਦੇ ਸਮਤਵੰਤ ਪ੍ਰੇਮੀ ਸਤ ਸੰਗਤ। ਸਤ ਸੰਗੀ ਜਨ ਜਿਹੜੇ ਹੈ, ਜਿਹੜੇ ਕਥਾ ਸੁਣਨ ਦੇ ਪ੍ਰੇਮੀ ਤੇ ਨੇਮੀ ਹੈ, ਸ੍ਰੇਸ਼ਟ ਮਤ ਵਾਲੇ ਗੁਰਸਿੱਖ ਜਨ। ਜੇ ਸੁਨ ਹੈ ਗੁਰ ਜਸ ਕਰ ਪੰਗਤ। ਜਿਹੜੇ ਪੰਗਤ ਵਿੱਚ ਬੈਠ ਕੇ ਸੰਗਤ ਰੂਪ ਦੇ ਵਿੱਚ ਜੁੜ ਕੇ ਤੇ ਗੁਰੂ ਦੀ ਕਥਾ ਨੂੰ ਸਰਵਣ ਕਰਦੇ ਐ। ਸਭ ਕੇ ਚਰਨ ਬੰਦਨਾ ਕਰੋ। ਉਹਨਾਂ ਸਾਰੀ ਕਥਾ ਸੁਣਨ ਵਾਲੇ ਸਰੋਤੇ ਗੁਰਸਿੱਖਾਂ ਦੇ ਚਰਨਾਂ ਤੇ ਕਵੀ ਜੀ ਕਹਿੰਦੇ ਮੈਂ ਬੰਦਨਾ ਕਰਦਾ ਹਾਂ। ਦਾਸ ਕਹਿੰਦਾ ਤਿਨਾਂ ਦੇ ਚਰਨਾਂ ਤੇ ਮੈਂ ਨਮਸਕਾਰਾਂ ਕਰਦਾ ਹਾਂ। ਮਤ ਥੋਰੀ ਤੇ ਪੁਨ ਪੁਨ ਡਰੋ। ਕਿਉਂਕਿ ਮੇਰੀ ਮਤ ਥੋਰੀ ਹੈ, ਮੇਰੀ ਮਤ ਥੋਰੀ ਰਾਮ। ਇਸ ਵਾਸਤੇ ਪੁਨ ਪੁਨ ਡਰਾਂ। ਮੈਂ ਵਾਰ-ਵਾਰ ਡਰਦਾ ਹਾਂ ਕਿ ਕਿਤੇ ਕਹਿਣ ਵਿੱਚ ਕੋਈ ਕੁਤਾਹੀ ਨਾ ਹੋ ਜਾਵੇ। ਗੁਰੂ ਦਾ ਜਸ ਵਰਣਨ ਕਰਦਿਆਂ ਕੋਈ ਕੁਤਾਹੀ ਨਾ ਹੋ ਜਾਵੇ, ਮੈਂ ਵਾਰ-ਵਾਰ ਡਰਦਾ ਹਾਂ। ਭੂਲ ਚੂਕ ਹੋਏ ਦੁਖ ਨ ਜਮਾ। ਇਹ ਭੂਲ ਚੂਕ ਹੋਏ, ਕੋਈ ਭੁੱਲ ਚੁੱਕ ਹੋਈ ਹੋਵੇਗੀ ਅਵਸ਼ਯ ਹੀ ਮੇਰੇ ਕੋਲੋਂ। ਤੇ ਜਮਾ ਨਾਮ ਹੁੰਦਾ ਬਹੁਤਿਆਂ ਦਾ, ਦੂਖਰ ਨਾਮ ਦੂਸ਼ਾਂ ਦਾ। ਕਵੀ ਜੀ ਕਥਨ ਕਰਦੇ ਮੇਰੀ ਕਥਾ ਵਿੱਚ ਬਹੁਤ ਦੂਸ਼ਣ ਹੋਣਗੇ, ਅਵਸ਼ਯ ਹੋਣਗੇ ਤੇ ਬਹੁਤ ਭੁੱਲ ਚੁੱਕ ਵੀ ਮੇਰੇ ਕੋਲੋਂ ਹੋਈ ਹੈ ਕਥਾ ਸਰਵਣ ਕਰਾਉਂਦਿਆਂ। ਸੁਨ ਨਹਿ ਤਰਕ ਹੈ ਕੀਜੈ ਹੈ ਸ਼ਮਾ। ਤੇ ਸਰੋਤੇ ਗਣੋ ਸੁਣ ਕੇ ਤੇ ਮੇਰੀ ਜਿਹੜੀ ਹੈ ਉਹ ਸਰਵਣ ਕਰਾਈ ਕਥਾ ਤੇ ਕੁਤਰਕ ਨਾ ਕਰਦਿਆਂ ਹੋਇਆ। ਇਹ ਜਿਹੜੀ ਕਥਾ ਸਰਵਣ ਕਰਾਉਂਦਿਆਂ ਮੇਰੇ ਕੋਲੋਂ ਭੁੱਲ ਚੁੱਕ ਹੋ ਗਈ ਹੈ, ਉਹ ਸੁਣ ਕੇ ਤੇ ਕੁਤਰਕ ਨਾ ਕਰਦਿਆਂ ਹੋਇਆ ਮੇਰੇ ਤੇ ਖਿਮਾ ਕਰਨੀ, ਮੇਰੀਆਂ ਭੁੱਲਾਂ ਨਾ ਚਿਤਾਰਨੀਆਂ। ਭੁੱਲਾਂ ਤੇ ਹੋਈਆਂ ਮੇਰੇ ਕੋਲੋਂ, ਪਰ ਉਹਨਾਂ ਨੂੰ ਚਿਤਾਰਨਾ ਨਾ ਤੇ ਮੈਨੂੰ ਖਿਮਾ ਕਰ ਦੇਣੀ। ਇਸ ਹਿਤ ਬਿਨ ਕਰਉ ਕਰ ਜੋਰ। ਇਸ ਵਾਸਤੇ ਮੈਂ ਬੜੇ ਹਿੱਤ ਨਾਲ ਦੋਨੋਂ ਹੱਥ ਜੋੜ ਕੇ ਤੇ ਬੇਨਤੀ ਕਰਦਾ ਹਾਂ, ਪ੍ਰਾਰਥਨਾ ਕਰਦਾ ਹਾਂ, ਜੋਦੜੀ ਕਰਦਾ ਹਾਂ। ਸਭ ਸ਼ਰੋਤਨ ਕੇ ਚਰਨ ਨਿਹੋਰ। ਸਾਰੇ ਸਰੋਤਿਆਂ ਦੇ ਚਰਨਾਂ ਨੂੰ ਨਿਹੋਰਦਾ ਹਾਂ, ਪੂਜਦਾ ਹਾਂ। ਸ੍ਰੀ ਅੰਮ੍ਰਿਤਸਰ ਆਦ ਬਸੰਤ। ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ, ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਦੇ ਵਿੱਚ ਵਸਣ ਵਾਲੇ ਜਿੰਨੇ ਵੀ ਗੁਰਸਿੱਖ ਹੈ, ਸ੍ਰੀ ਅੰਮ੍ਰਿਤਸਰ ਸਾਹਿਬ ਨਗਰੀ ਤੋਂ ਲੈ ਕੇ ਗੁਰ ਥਲ ਅਵਚਲ ਨਗਰ ਪਰਯੰਤ। ਤੇ ਗੁਰਾਂ ਦਾ ਸਥਾਨ ਅਵਚਲ ਨਗਰ ਨਦੇੜ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ, ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਅਥਵਾ ਸ੍ਰੀ ਨਨਕਾਣਾ ਸਾਹਿਬ ਤੋਂ ਲੈ ਕੇ ਜਿੱਥੇ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਇਆ, ਅਤੇ ਅਵਚਲ ਨਗਰ ਸੱਚਖੰਡ ਸ੍ਰੀ ਹਜੂਰ ਸਾਹਿਬ ਜਿੱਥੇ ਕਲਗੀਧਰ ਪਾਤਸ਼ਾਹ ਸਤਿਗੁਰੂ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦੇ ਕੇ ਆਪਣੇ ਪਰਮ ਧਾਮ ਨੂੰ ਚਲੇ ਗਏ। ਆਦਿ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਫਿਰ ਸਿੱਖਾਂ ਦਾ ਸ਼੍ਰੋਮਣੀ ਕੇਂਦਰਤ ਸਥਾਨ ਸ੍ਰੀ ਦਰਬਾਰ ਸਾਹਿਬ, ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ ਸਾਹਿਬ, ਤਿਸ ਤੋਂ ਪ੍ਰਯੰਤ ਸੱਚਖੰਡ ਸ੍ਰੀ ਹਜੂਰ ਸਾਹਿਬ ਤੱਕ ਜਿੰਨੇ ਵੀ ਗੁਰ ਧਾਮ, ਗੁਰ ਸਥਾਨ, ਗੁਰ ਇਤਿਹਾਸਕ ਪਵਿੱਤਰ ਚਰਨ ਛੋਹ ਪ੍ਰਾਪਤ ਜਿੰਨੇ ਵੀ ਗੁਰਾਂ ਦੇ ਸਥਾਨ ਹਨ ਤੇ ਜਿੱਥੇ ਜਿੱਥੇ ਵੀ ਗੁਰਸਿੱਖੀ ਵਾਸ ਕਰਦੀ ਹੈ,
ਚੇਤ ਕੇਤ ਸਭ ਧਰਣੀ ਪਰ ਵਿਆਪਤ। ਜਿੱਥੇ ਕਿਥੇ ਸਾਰੀ ਧਰਤੀ ਤੇ ਹੀ ਗੁਰਾਂ ਦੇ ਗੁਰਸਿੱਖ ਜਿਹੜੇ ਐ ਉਹ ਵਿਆਪਕ ਹੈ। ਸਾਰਿਆਂ ਹੀ ਸਥਾਨਾਂ ਤੇ ਗੁਰਾਂ ਦੇ ਗੁਰਸਿੱਖ ਵਾਸ ਕਰਦੇ ਐ। ਸਿੱਖਨ ਗਾਨ ਸਿੰਘ ਗੁਰ ਜਹ ਜਾਪਤ। ਸਮੂਹ ਸਹਿਜ ਧਾਰੀ ਗੁਰਸਿੱਖ ਅੰਮ੍ਰਿਤ ਧਾਰੀ ਸਿੰਘ ਜਿੱਥੇ ਕਿਥੇ ਵੀ ਗੁਰੂ ਗੁਰੂ ਜਪਣ ਵਾਲੇ ਐ। ਅਰਜ਼ ਗੁਜ਼ਾਰੋਂ ਜੋਰਤ ਹੱਥ। ਕਵੀ ਜੀ ਬੜੀ ਨਿਮਰਤਾ ਦੇ ਨਾਲ ਕਹਿ ਰਹੇ ਹੈ ਕਿ ਮੈਂ ਦੋਨੋਂ ਹੱਥ ਜੋੜ ਸਾਰੀਆਂ ਹੀ ਸਿੱਖ ਸੰਗਤਾਂ ਸਹਿਜ ਧਾਰੀ ਗੁਰਸਿੱਖ ਅੰਮ੍ਰਿਤ ਧਾਰੀ ਗੁਰੂ ਕੇ ਸਿੰਘਾਂ ਦੇ ਅੱਗੋਂ ਹੱਥ ਜੋੜ ਕੇ ਤੇ ਅਰਜ਼ ਗੁਜ਼ਾਰਦਾ ਬੇਨਤੀ ਕਰਦਾ ਹਾਂ। ਬੰਦੋਂ ਧਰ ਪਰ ਧਰ ਧਰ ਮਾਥਾ। ਧਰਤੀ ਦੇ ਉੱਪਰ ਮੱਥਾ ਰੱਖ ਕੇ ਮੈਂ ਮੋਹਰ ਵਾਰੰਵਾਰ ਬੰਦਨਾ ਕਰਦਾ ਨਮਸਕਾਰਾਂ ਕਰਦਾ ਹੋਇਆ ਬੇਨਤੀ ਕਰਦਾ ਹਾਂ। ਹੋਏ ਨਿਰਵਿਘਨ ਕਥਾ ਗੁਰ ਪੂਰੀ। ਇਹ ਜੋ ਧੰਨ ਕਲਗੀਧਰ ਪਾਤਸ਼ਾਹ ਜੀ ਦੀ ਕਥਾ ਸ਼ੇਸ਼ ਬਾਕੀ ਲਿਖਣ ਵਾਲੀ ਰਹਿੰਦੀ ਹੈ ਅਤੇ ਉਦਮ ਕਰਕੇ ਲਿਖਣ ਦਾ ਮੈਂ ਯਤਨ ਕਰ ਰਿਹਾ ਹਾਂ। ਇਹ ਕਥਾ ਨਿਰਵਿਘਨ ਸੰਪੂਰਨ ਹੋ ਜਾਵੇ। ਗੁਰਸਿੱਖੋ ਇਹ ਵਰਦਾਨ ਦਿਓ ਕਿ ਇਹ ਕਥਾ ਜਿਹੜੀ ਹੈ ਉਹ ਸੰਪੂਰਨ ਹੋ ਜਾਵੇ। ਛੰਦ ਬੰਦ ਮਾਧੁਰਤਾ ਰੂਰੀ। ਛੰਦਾ ਬੰਦੀ ਦੇ ਵਿੱਚ ਮਾਧੁਰਤਾ ਮਿਠਾਸ ਸੰਯੁਗਤ ਰੂਰੀ ਸੁੰਦਰ ਗੁਰਾਂ ਦੀ ਕਥਾ ਜਿਹੜੀ ਹੈ ਨਾ ਉਹ ਸੰਪੂਰਨ ਲਿਖ ਸਕਾਂ ਤੇ ਸੰਪੂਰਨਤਾ ਹੋ ਜਾਵੇ। ਕੋਈ ਰੁਕਾਵਟ ਕੋਈ ਵਿਘਨ ਨਾ ਪੈ ਜਾਵੇ। ਇਹ ਕਥਾ ਜਿਹੜੀ ਹੈ ਸੰਪੂਰਨ ਮੈਂ ਲਿਖ ਸਕਾਂ। ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਤੇ ਸਾਰੇ ਗੁਰਸਿੱਖਾਂ ਦੀ ਮਿਹਰ ਦੇ ਨਾਲ ਹੀ ਇਹ ਕਾਰਜ ਸੰਪੰਨ ਹੋ ਸਕਦਾ। ਸੋ ਸਾਰਿਆਂ ਗੁਰਸਿੱਖਾਂ ਦੇ ਕੋਲੋਂ ਇਹ ਕਥਾ ਸੰਪੂਰਨ ਹੋ ਜਾਵੇ ਐਸਾ ਵਰਦਾਨ ਦੋਨੋਂ ਹੱਥ ਜੋੜ ਕੇ ਕਵੀ ਜੀ ਕਹਿੰਦੇ ਮੈਂ ਮੰਗਦਾ ਹਾਂ। ਸੋ ਸਾਧ ਸੰਗਤ ਕਥਾ ਵਿਚਾਰ ਦੀ ਸਮਾਪਤੀ ਕਰਦੇ ਹਾਂ। ਤੁਛ ਬੁੱਧੀ ਹੈ ਦਾਸਾਂ ਦੀ ਸੁਭਾਵਕ ਅਨੇਕ ਪ੍ਰਕਾਰ ਦੀਆਂ ਗਲਤੀਆਂ ਹੋ ਗਈਆਂ। ਸੰਗਤ ਬਖਸ਼ਣ ਯੋਗ ਹੈ ਕਿਰਪਾ ਕਰਕੇ ਬਖਸ਼ ਲੈਣਾ। ਧੰਨ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸ੍ਰੇਸ਼ਟ ਮਤ ਦੇਣ ਵਾਲੇ ਹਨ। ਅੱਗੇ ਵਾਸਤੇ ਸੁਧ ਕਥਾ ਵਿਚਾਰ ਕਰਨ ਦੀ ਬੁੱਧੀ ਬਖਸ਼ਣ। ਸਭ ਹੀ ਸੰਗਤਾਂ ਦੇ ਲੋਕ ਸੁਖੀਏ ਪਰਲੋਕ ਸੁਹੇਲੇ ਕਰਨ। ਹੋਏ ਨਿਰਵਿਘਨ ਕਥਾ ਗੁਰ ਪੂਰੀ। ਛੰਦ ਬੰਦ ਮਾਧੁਰਤਾ ਰੂਰੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।